ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਪਹਿਲਾਂ ਵੀ ਕਾਫੀ ਇੱਦਾਂ ਦੀਆਂ ਜਿਹੜੀਆਂ ਪਈ ਡਿਸਕਸ਼ਨ ਹੋਈਆਂ ਤੇ ਅੱਜ ਵੀ ਮੁੜ ਕੇ ਫਿਰ ਅਸੀਂ ਉਹੀ ਗੱਲ ਕਰਨੀ ਚਾਹੁੰਦੇ ਹਾਂ। ਜਿਹੜੀ ਤੁਹਾਡੇ ਦਾਨ ਦੀ ਤਾਂ ਜਿਹੜੀਆਂ ਜਥੇਬੰਦੀਆਂ ਜਾਂ ਸੰਸਥਾ ਮੁਰੇ ਸੇਵਾ ਕਰਦੀਆਂ ਤੇ ਦਾਨ ਦੀਆਂ ਅਪੀਲਾਂ ਚੱਲਦੀਆਂ ਤੇ ਤੁਹਾਡੇ ਦਾਨ ਜਿਹੜਾ ਤੁਸੀਂ ਡੋਨੇਸ਼ਨ ਦਿੰਦੇ ਆ, ਸਾਡੀ ਜ਼ਿੰਮੇਵਾਰੀ ਕੀ ਆ। ਹੁਣ ਕਈ ਵਾਰੀ ਤੁਹਾਨੂੰ ਪਤਾ ਜਦੋਂ ਵੀ ਕੋਈ ਦੁਨੀਆ ਦੇ ਵਿੱਚ ਡਿਜ਼ਾਸਟਰ ਹੁੰਦੇ ਜਾਂ ਹਾਦਸੇ ਹੁੰਦੇ, ਜਿੱਦਾਂ ਹੁਣ ਕੋਈ ਕਹਿ ਲਓ ਭਈ ਕਿਸਾਨਾਂ ਦਾ ਪ੍ਰੋਟੈਸਟ ਆ ਗਿਆ, ਸੰਘਰਸ਼ ਚੱਲ ਰਿਹਾ ਦਿੱਲੀ, ਤੇ ਕਈ ਲੋਕਾਂ ਨੇ ਫੰਡ ਰੇਜ਼ਿੰਗ ਪੇਜ ਖੋਲ੍ਹ ਦਿੱਤੇ ਹੋ ਆ, ਸੰਸਥਾ ਨੇ ਖੋਲ੍ਹ ਦਿੱਤੇ ਹੋ ਆ, ਸਾਰੇ ਪਾਸੇ ਫੰਡ ਰੇਜ਼ਿੰਗ ਕਾਫੀ ਹੋ ਰਿਹਾ, ਪੈਸੇ ਇਕੱਠੇ ਹੋ ਰਹੇ ਸਾਰੀ ਦੁਨੀਆ ਵਿੱਚ। ਤੇ ਅਸੀਂ ਜਦੋਂ ਭਈ ਜਨਰਲ ਆਮ ਗੱਲ ਕਰਦੇ ਹਾਂ, ਕਿਉਂਕਿ ਪੰਥ ਦੇ ਪੈਸੇ ਬਹੁਤ ਖਰਾਬ ਹੁੰਦੇ, ਕੋਈ ਕੰਟਰੋਲ ਨਹੀਂ ਗਾ, ਕੋਈ ਰਜਿਸਟਰ ਨਹੀਂ ਗਾ, ਫਿਰ ਇੱਕ ਦੂਜੇ ਉੱਪਰ ਉਂਗਲਾਂ ਉਠਾਈਆਂ ਜਾਂਦੀਆਂ ਵੀ ਉਹਨੇ ਪੈਸੇ ਖਾ ਲਏ, ਆਹ ਪੈਸੇ ਖਰਾਬ ਕੀਤੇ। ਤੇ ਅਸੀਂ ਹਰ ਵਾਰੀ ਦੇਖਦੇ ਰਹਿੰਦੇ ਭਈ ਇਹਦੇ ਵਿੱਚ ਸਾਡੀ ਕੀ ਜ਼ਿੰਮੇਵਾਰੀ ਆ, ਕਿਉਂਕਿ ਖਾਲਸਾ ਏਡ ਨੂੰ ਤੁਸੀਂ ਅੱਖਾਂ ਬੰਦ ਕਰਕੇ ਸਪੋਰਟ ਕਰਦੇ ਹੋ, ਇੰਨਾ ਤੁਹਾਡਾ ਯਕੀਨ ਆ ਤੇ ਟਰਸਟ ਆ। ਜਿਹੜੀ ਸਾਡੀ ਜ਼ਿੰਮੇਵਾਰੀ ਇਹਦੇ ਵਿੱਚ ਆ ਬਹੁਤ ਵਧੀ ਜਾਂਦੀ ਆ। ਖਾਲਸਾ ਏਡ ਇਸ ਵੇਲੇ UK ਵਿੱਚ ਆ, US ਵਿੱਚ ਆ, ਕੈਨੇਡਾ ਵਿੱਚ, ਆਸਟ੍ਰੇਲੀਆ ਵਿੱਚ, ਇੰਡੀਆ ਵਿੱਚ ਆ, ਤੇ ਜਿੰਨੀ ਤੁਸੀਂ ਸਾਨੂੰ ਸਪੋਰਟ ਕਰਦੇ ਆ ਉਨੀ ਸਾਡੀ ਵੱਡੀ ਜ਼ਿੰਮੇਵਾਰੀ ਵਧੀ ਜਾਂਦੀ ਆ। ਅਸੀਂ ਪਹਿਲਾਂ ਵੀ ਕਿਹਾ ਸੀਗਾ, ਕਿਉਂਕਿ ਤੁਹਾਡਾ ਜਿਹੜਾ ਸਪੋਰਟ ਆ ਬਹੁਤ ਹੀ ਖੁੱਲ੍ਹੇ ਦਿਲੋਂ ਆ ਰਿਹਾ, ਤੇ ਇਹ ਕੋਈ ਇਹਦੇ ਵਿੱਚ ਕੋਈ ਖਰਾਬ ਕੰਮ ਨਾ ਹੋਵੇ ਜਾਂ ਕੋਈ ਕਰਪਸ਼ਨ ਨਾ ਹੋਵੇ। ਹਰ ਵਾਰੀ ਅਸੀਂ ਆਪਣੇ ਸਿਸਟਮ ਬਦਲਨੇ, ਸਿਸਟਮ ਚੇਂਜ ਕਰਨੇ, ਉਹ ਵੀ ਤੁਹਾਡੇ ਲਈ ਪਈ ਜੋ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਤੁਹਾਡਾ ਯਕੀਨ, ਤੁਹਾਡਾ ਟਰਸਟ ਜਥੇਬੰਦੀਆਂ ਨਾਲ, ਸੇਵਾ ਦੀ ਸੰਸਥਾ ਨਾਲ ਜੁੜਿਆ ਰਹੇ। ਹੁਣ ਵੀ ਕਾਫੀ ਚਰਚਾ ਹੋ ਰਹੀ ਆ ਕਈ ਪਾਸਿਓਂ ਭਈ ਪਤਾ ਨਹੀਂ ਗਾ ਜਿਹੜੇ ਭਈ ਅੰਦੋਲਨ ਦੇ ਲਈ ਪੈਸੇ ਇਕੱਠੇ ਕੀਤੇ ਗਏ, ਕਿਸਾਨਾਂ ਦੇ ਅੰਦੋਲਨ ਲਈ ਇਸ ਵੇਲੇ ਸਾਰੀ ਦੁਨੀਆ 'ਚੋਂ ਕੋਈ ਜਥੇਬੰਦੀਆਂ ਨੇ, ਕਈ ਬੰਦਿਆਂ ਨੇ ਇਕੱਠੇ ਕੀਤੇ ਪੇਜ ਖੋਲ੍ਹ ਕੇ, ਕੋਈ ਇਹਦਾ ਹਿਸਾਬ ਕਿਤਾਬ ਰੱਖਿਆ ਨਹੀਂ ਕਿਸੇ ਨੇ ਇੱਕ ਪਾਸੇ। ਸੋ ਅਸੀਂ ਵੀ ਹਾਲ ਤੱਕ ਵੀ ਇਹ ਮੈਂ ਅਪੀਲ ਕਰਦਾ ਭਈ ਜਿਹੜੇ ਭਈ ਕਿਸਾਨ ਯੂਨੀਅਨ ਲੀਡਰਸ਼ਿਪ ਆ, ਭਈ ਇੱਕ ਗਰੁੱਪ ਬਣਾਇਆ ਜਾਵੇ ਉਹਨਾਂ ਵੱਲੋਂ, ਭਈ ਜਿਹੜਾ ਵੀ ਪੇਜ ਪੈਸੇ ਇਕੱਠੇ ਕਰਨ ਲਈ ਕਿਸਾਨਾਂ ਲਈ ਖੋਲ੍ਹਿਆ ਗਿਆ ਆ ਪਿਛਲੇ 3-4 ਮਹੀਨੇ ਤੋਂ, ਉਹ ਸਾਰੇ ਲੇਖ ਲਗਾਏ ਕਰਕੇ ਇੱਕ ਥਾਂ ਤੇ ਹੋਵੇ ਵੀ ਕਿਹੜੇ ਬੰਦੇ ਨੇ, ਕਿਹੜੀ ਸੰਸਥਾ ਨੇ ਕਦੋਂ ਪੇਜ ਖੋਲ੍ਹੇ ਆ ਪੈਸੇ ਇਕੱਠੇ ਕਰਨ ਨੂੰ, ਕਿੰਨੇ ਪੈਸੇ ਇਕੱਠੇ ਹੋਏ ਆ ਟੋਟਲ ਦੇ ਵਿੱਚ, ਤੇ ਇਹਦੇ ਵਿੱਚ ਫਿਰ ਪੁੱਛਗਿੱਛ ਕਰਨੀ ਚਾਹੀਦੀ ਆ ਉਹੀ ਸੰਸਥਾ ਨੂੰ ਭਈ ਤੁਹਾਡੇ ਕੋਲ 1 ਸਾਲ ਹੈਗਾ ਪੈਸੇ ਖਰਚਣ ਦਾ ਜਾਂ 6 ਮਹੀਨੇ ਹੈਗੇ ਦੱਸੋ, ਜਾਂ 2 ਸਾਲ ਹੈਗੇ, ਤੁਹਾਡਾ ਕੀ ਪਲਾਨ ਆ ਤੇ ਕਿੱਥੇ ਖਰਚਣੇ ਪੈਸੇ। ਸੋ ਇਹਦੇ ਵਿੱਚ ਅਸੀਂ ਆਪਣੇ ਸਿਸਟਮ ਬਦਲ ਰਹੇ ਖਾਲਸਾ ਏਡ ਵਾਲੇ ਵੀ, ਪਰ ਇਹਦੇ ਵਿੱਚ ਔਖਾ ਵੀ ਬਹੁਤ ਆਉਂਦਾ, ਕਹਿ ਲਓ ਭਈ ਮੁਸ਼ਕਿਲਾਂ ਵੀ ਬਹੁਤ ਆਉਂਦੀਆਂ। ਪਰ ਇੱਕ ਗੱਲ ਇਹਦੇ ਵਿੱਚ ਜ਼ਰੂਰ ਆ ਭਈ ਜਿਹੜੇ ਸਾਡੇ ਸਿਸਟਮ ਬਣਾਉਣੇ ਆ, ਕਹਿ ਲਓ ਭਈ ਸੰਸਥਾ ਦੇ, ਉਹ ਖੁੱਲ੍ਹੇ ਹੋਣੇ ਚਾਹੀਦੇ ਆ। ਹੁਣ ਮੈਂ ਦੇਖਦਾ ਕਈ ਵਾਰੀ ਵੀਡੀਓ ਆ ਗਏ, ਕਈ ਸਾਡੇ ਭਈ ਵੱਡੇ ਅਕਾਊਂਟੈਂਟ ਬਣ ਕੇ ਬੰਦੇ ਆ ਜਾਂਦੇ, ਦੱਸੋ ਜੀ ਤੁਹਾਡਾ ਹਿਸਾਬ ਦੱਸੋ, ਕੋਈ ਹਿਸਾਬ ਕਿਤਾਬ ਨਹੀਂ ਗਾ ਖਾਲਸਾ ਏਡ ਦਾ। ਅਸੀਂ UK ਦੀ ਰਜਿਸਟਰ ਚੈਰਿਟੀ ਆ, ਇਹ ਨਹੀਂ ਭਈ ਕੋਈ ਇੱਕ ਗਰੁੱਪ ਆ ਕੱਲ੍ਹ ਹੀ ਖੜਾ ਕੀਤਾ। 21 ਸਾਲ ਹੋ ਗਏ ਆ ਜਿਹੜੇ ਸਾਡੇ ਖਿਲਾਫ ਝੂਠ ਵੀਡੀਓ ਪਾਉਂਦੇ ਆ, ਉਹਨਾਂ ਨੂੰ ਪਤਾ ਹੀ ਆ, ਕਿਉਂਕਿ ਖਾਲਸਾ ਏਡ ਪੋਪੂਲਰ ਬਹੁਤ ਹੋ ਗਈ ਆ, ਸੰਗਤ ਦਾ ਪਿਆਰ ਬਹੁਤ ਆ, ਤੇ ਅਸੀਂ ਸਿੱਧੀ ਪੰਥ ਦੀ ਗੱਲ ਕਰਦੇ ਹਾਂ ਤੇ ਹਿਊਮਨ ਰਾਈਟਸ ਦੀ ਗੱਲ ਕਰਦੇ, ਇਹ ਗੱਲ ਚੁੱਭਦੀ ਆ। ਜਿਹੜੇ ਵੀ ਸਾਡੇ ਖਿਲਾਫ ਵੀਡੀਓ ਪਾਉਂਦੇ ਆ ਉਹਨੂੰ ਪੁੱਛ ਲਓ ਭਈ ਕਦੀ ਉਹਨਾਂ ਨੇ ਕਦੀ ਡੋਨੇਸ਼ਨ ਵੀ ਕੀਤੀ ਤੇ ਜੇ ਪ੍ਰਮੋਟ ਵੀ ਕੀਤਾ ਕਦੀ ਖਾਲਸਾ ਏਡ ਨੂੰ। ਸੋ ਅਸੀਂ ਇਹੀ ਕਹਿੰਦੇ, ਅਸੀਂ ਨਹੀਂ ਕਹਿੰਦੇ ਵੀ ਸਾਰੇ ਤੋਂ ਚੰਗੇ ਆ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਹਰ ਵਾਰੀ ਸਿਸਟਮ ਬਣਾਉਣ ਨੂੰ। ਸੋ ਜਿੱਦਾਂ ਹੁਣ 2-3 ਚੀਜ਼ ਤੇ ਸਿਸਟਮ ਫੇਲ ਹੁੰਦੇ ਆ। ਇੱਕ ਪਾਸੇ ਜਿਹੜਾ ਉਹਨਾਂ ਦੇ ਮੋਹਰੀ ਹੁੰਦੇ ਆ, ਜਥੇਬੰਦੀਆਂ ਦੇ ਜਾਂ ਸੰਸਥਾ ਦੇ ਲੀਡਰ ਹੁੰਦੇ ਆ, ਉਹ ਵਿਕ ਜਾਂਦੇ ਆ।
ਜਾਂ ਦੂਜੀ ਗੱਲ ਹੁੰਦੀ ਆ ਉਹ ਡੁੱਲ ਜਾਂਦੇ ਪੈਸੇ ਦੇਖ ਕੇ, ਆਪਣੇ ਲਈ ਪਾਵਰ, ਆਪਣੇ ਲਈ ਪੈਸਾ, ਆਪਣੇ ਪਰਿਵਾਰਾਂ ਲਈ ਆਪਣੇ ਸਾਰਾ ਕੁਝ ਲੈ ਲੈ ਕੇ, ਨਾ ਕੋਈ ਹਿਸਾਬ ਕਿਤਾਬ, ਤਾਂ ਸਾਰੇ ਆਪਣੇ ਬੰਦੇ ਰੱਖਣੇ ਵਿੱਚ। ਹੁਣ ਜਿੱਦਾਂ ਮੈਂ ਪਹਿਲਾਂ ਵੀ ਕਿਹਾ ਸੀ, 21 ਸਾਲ ਪਹਿਲਾਂ ਜੋ ਖਾਲਸਾ ਸ਼ੁਰੂ ਕੀਤੀ ਆ, ਅਸੀਂ ਸਾਰੇ ਆਪਣੇ, ਜੇ ਲੋੜ ਪੈਂਦੀ ਉਸ ਵੇਲੇ ਅਸੀਂ ਜੇ ਚਾਹੁੰਦੇ ਅਸੀਂ ਸਾਰਾ ਪਰਿਵਾਰ ਜਾਂ ਆਪਣੇ ਦੋਸਤ ਸਾਰੇ ਪਾ ਕੇ ਅਸੀਂ ਖਾਲਸਾ ਬਣਾ ਕੇ ਜੋ ਮਰਜ਼ੀ ਕਰਦੇ। ਤੁਸੀਂ ਤਾਂ ਡੋਨੇਸ਼ਨ ਦੇਣੇ ਸੀਗੇ, ਤੁਹਾਡਾ ਪਿਆਰ ਬਹੁਤ ਆ, ਪਰ ਅਸੀਂ ਜਾਣ ਕੇ ਉਸ ਵੇਲੇ ਸੈਪਰੇਟ ਬਣਾਇਆ ਸਾਰਾ ਟਰਸਟ। ਜਿਹੜਾ ਸਾਡੇ ਕਾਨੂੰਨੀ ਤੌਰ ਤੇ ਰਿਸਪੌਂਸਿਬਲ ਟਰਸਟੀ ਆ, ਉਹ ਇੱਕ ਦੂਜੇ ਨੂੰ ਵੀ ਨਹੀਂ ਜਾਣਦੇ ਸੀਗੇ, ਸਾਡੇ ਵੀ ਨਹੀਂ ਦੋਸਤ ਸੀਗੇ, ਕਿਉਂਕਿ ਇਹ ਨਹੀਂ ਪਈ ਜਿੱਥੇ ਮਰਜ਼ੀ ਅਸੀਂ ਪੈਸੇ ਖਰਚੀਏ, ਆਪਣੀ ਮਨ ਮਰਜ਼ੀ ਕਰੀਏ। ਕੰਟਰੋਲ ਤੁਹਾਡਾ ਹੋਣਾ ਚਾਹੀਦਾ, ਬੰਦੇ ਉੱਪਰ ਹੋਣੇ ਚਾਹੀਦੇ ਪੜ੍ਹੇ ਲਿਖੇ, ਜਿਹੜੇ ਤੁਹਾਨੂੰ ਦੇਖਦੇ ਆ ਭਈ ਤੁਸੀਂ ਕਿੱਥੇ ਇਕੱਲਾ ਇਕੱਲਾ ਪੈਸਾ ਧੇਲਾ, ਇੱਕ ਪੈਸਾ ਕਿੱਥੇ ਖਰਚ ਰਹੇ ਆ। ਇਹ ਨਹੀਂ ਭਈ ਹਾਂਜੀ ਹਾਂਜੀ ਕਹੀ ਜਾਣਾ, ਉਹ ਤੁਹਾਨੂੰ ਪੁੱਛਦੇ ਵੀ ਆ ਵੀ ਕਿਉਂ ਖਰਚਿਆ ਇੰਨਾ ਪੈਸਾ, ਕਿੱਦਾਂ ਖਰਚਿਆ, ਕਿਹੜਾ ਢੰਗ ਵਰਤਿਆ। ਤੇ ਹੁਣ ਮੈਂ ਤੁਹਾਨੂੰ ਇੱਕ ਆਈਡੀਆ ਦਿੰਦਾ, ਜਦੋਂ ਅਸੀਂ ਕਹਿੰਦੇ ਭਈ ਅਸੀਂ ਘਰ ਬਣਾਉਣੇ ਆ ਪੰਜਾਬ ਦੇ ਵਿੱਚ, ਹੁਣ ਅਸੀਂ ਪੁੱਛਦੇ ਭਈ ਸਾਨੂੰ 3 ਬੰਦਿਆਂ ਤੋਂ 3 ਕੰਪਨੀਆਂ ਤੋਂ ਕੋਟੇਸ਼ਨ ਦੇਵੋ, ਪ੍ਰਾਈਸ ਲਿਖ ਕੇ ਦੇਵੋ ਵੀ ਕਿੰਨੇ ਦਾ ਹੋਊਗਾ। 3 ਡਿਫਰੈਂਟ ਕੰਪਨੀਆਂ ਤੋਂ ਲੈ ਕੇ ਫਿਰ ਦੇਖਦੇ ਕਿਹੜੀ ਕੰਪਨੀ ਚੰਗੀ ਆ। ਹਰ ਚੀਜ਼ ਇੱਦਾਂ ਦੀ ਹੋਣੀ ਚਾਹੀਦੀ ਆ। ਜੇ ਕੋਈ ਖਾਲਸਾ ਏਡ ਦੀ ਟੀਮ ਦੁਨੀਆ ਦੇ ਵਿੱਚ ਜਿੱਥੇ ਸਾਡੀ ਰਜਿਸਟ੍ਰੇਸ਼ਨ ਹੈਗੀ ਆ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਇੰਡੀਆ, ਕੈਨੇਡਾ, UK ਵਿੱਚ, ਜੇ ਕੋਈ ਹੇਰਾ ਫੇਰੀ ਕਰ ਰਿਹਾ ਆ ਸਾਨੂੰ ਦੱਸੋ। ਜੇ ਕਿ ਇੱਕ ਦੂਜੇ ਨੂੰ ਜਿੱਦਾਂ ਭਈ ਠੇਕੇ ਦੇ ਰਹੇ ਆ ਤੇ ਉਹਨਾਂ ਨੂੰ ਕੁਝ ਵਾਪਸ ਮਿਲਦਾ ਆ, ਸਾਡੇ ਟੀਮ ਦੇ ਵਿੱਚੋਂ ਕੋਈ ਹੇਰਾ ਫੇਰੀ ਕਹਿ ਲਓ ਤੁਹਾਨੂੰ ਦਿਸਦੀ ਆ, ਜਾਂ ਅਸੀਂ ਮੈਂ ਪਰਸਨਲੀ ਰਵੀ ਸਿੰਘ ਕੋਈ ਮਾੜਾ ਕੰਮ ਕਰ ਰਿਹਾ ਆ ਤੇ ਤੁਸੀਂ ਰਿਪੋਰਟ ਦੱਸੋ ਕਿੱਥੇ ਅਸੀਂ ਮਾੜੇ ਕੰਮ ਕਰ ਰਹੇ ਹਾਂ। ਇਹ ਸੰਗਤ ਦਾ ਫਰਜ਼ ਆ। ਹੁਣ ਅਸੀਂ ਜਿਹੜੀ ਗੱਲ ਕੀਤੀ ਸੀਗੀ, ਪੈਸੇ ਇਕੱਠੇ ਕਰਨੇ ਬਹੁਤ ਸੌਖੇ ਆ, ਪੈਸੇ ਇਕੱਠੇ ਕਰਨੇ ਸਾਰੇ ਸੌਖਾ ਕੰਮ ਆ। ਲੋਕਾਂ ਨੇ ਅਪੀਲ ਕਰ ਦੇਣੀ, ਕੋਈ ਕੇਸ ਦਿਖਾ ਦੇਣਾ, ਕੋਈ ਮੈਡੀਕਲ ਕੇਸ ਦਿਖਾ ਦੇਣਾ ਜਾਂ ਕੋਈ ਕੇਸ ਦਿਖਾ ਦੇਣਾ, ਉਹ ਕੇਸ ਦੇ ਵਿੱਚ ਤੁਸੀਂ ਸਾਰੀ ਦੁਨੀਆ ਨੇ ਮਾਇਆ ਦੇਣ ਲੱਗ ਪੈਣੀ। ਫਿਰ ਲਓ ਜੀ ਅਸੀਂ ਵੀ ਦਿੰਦੇ, ਅਸੀਂ ਪਤਾ ਨਹੀਂ ਕਿੰਨੇ ਬੰਦਿਆਂ ਨੇ ਇੱਕ ਕੇਸ ਦੇ ਵਿੱਚ ਕਹਿ ਲਓ ਕੋਈ ਮੈਡੀਕਲ ਕੇਸ ਹੋਊਗਾ ਇੰਡੀਆ ਦੇ ਵਿੱਚ, ਪੰਜਾਬ 'ਚ, ਇੱਕ ਕੇਸ ਦੇ ਉੱਪਰ 1000, 2000, 5000, 10,000 ਬੰਦੇ ਦੁਨੀਆ ਵਿੱਚੋਂ ਪੈਸੇ ਦੇ ਰਹੇ, ਪਰ ਇੱਕ ਦੂਜੇ ਨੂੰ ਪਤਾ ਨਹੀਂਗਾ ਭਾਈ ਉਹ ਇੱਕ ਕੇਸ ਦੇ ਉੱਪਰ ਸਾਰੇ ਦੇਣ ਲੱਗ ਪਏ। ਹੁਣ ਸਾਡੇ ਕੋਈ ਕਹਿ ਲਓ ਕੋਈ ਇੱਦਾਂ ਦੀਆਂ ਸੰਸਥਾ ਹੋ ਗਈਆਂ ਜਾਂ ਕੋਈ ਆਦਮੀ ਹੋਊਗੇ ਜਿਹੜੇ ਭਈ ਇੱਕ ਕੇਸ ਦੇ ਉੱਪਰ ਬਹੁਤ ਪੈਸਾ ਇਕੱਠਾ ਕਰੂਗੇ, ਉਹਦਾ ਕੋਈ ਕੰਟਰੋਲ ਨਹੀਂਗਾ। ਹੁਣ ਤੁਹਾਨੂੰ ਮੈਂ ਇੱਕ ਆਈਡੀਆ ਦਿੰਦਾ, ਜਦੋਂ ਪੰਜਾਬ ਛਾੜ ਆਏ ਸੀਗੇ ਅਸੀਂ ਇੱਕ ਪੇਜ ਖੋਲ੍ਹਿਆ ਸੀਗਾ ਭਈ ਕਿੰਨਾ ਪੈਸਾ ਇਕੱਠਾ ਹੋਊਗਾ, ਉਹ ਪੇਜ ਦੇ ਉੱਪਰ ਆ ਗਿਆ ਸੀ ਕਿੰਨਾ ਪੈਸਾ ਇਕੱਠਾ ਹੋਇਆ। ਹੁਣ ਕਈ ਕਿਸਾਨਾਂ ਲਈ ਪੈਸੇ ਇਕੱਠੇ ਕਰ ਰਹੇ ਆ, ਉਹਦਾ ਕੋਈ ਹਿਸਾਬ ਕਿਤਾਬ ਨਹੀਂਗਾ ਭਈ ਇੱਕ ਅਪੀਲ ਲਈ ਕਿੰਨੇ ਪੈਸੇ ਇਕੱਠੇ ਹੋਏ ਆ। ਉਹ ਕਹੀ ਜਾਂਦੇ ਆਪਣੇ ਜਿਹੜੇ ਆਮ ਹੀ ਅਕਾਊਂਟ ਨੰਬਰ ਦੇ ਜਾਂਦੇ ਆ, ਪੈਸੇ ਪਾਈ ਜਾਓ, ਪੈਸੇ ਪਾਈ ਜਾਓ, ਅਸੀਂ ਆਹ ਕਰਦੇ, ਅਸੀਂ ਉਹ ਕਰਦੇ, ਠੀਕ ਆ, ਪਰ ਉਹ ਪੈਸੇ ਅਲੱਗ ਨਹੀਂ ਗਏ, ਉਹ ਸਾਰੇ ਪੈਸੇ ਇੱਕ ਵੱਡੇ ਆਮ ਫੰਡ ਦੇ ਵਿੱਚ ਪਾਈ ਜਾਂਦੇ ਆ, ਜਿਹਦਾ ਕੋਈ ਹਿਸਾਬ ਕਿਤਾਬ ਨਹੀਂ। ਮਗਰੋਂ ਐਕਚੁਅਲੀ ਜੇ ਕਹਿ ਲਓ ਪੁੱਛੋ ਭਈ ਸ਼ਾਇਦ ਇਕੱਲੀ ਸੰਸਥਾ ਨੇ 2 ਲੱਖ, 3 ਲੱਖ, 4 ਲੱਖ, 5 ਲੱਖ ਪਾਉਂਡ ਜਾਂ ਡਾਲਰ ਇਕੱਠਾ ਕੀਤਾ ਹੋਊਗਾ, ਪਰ ਕਿਉਂਕਿ ਉਹਨੇ ਅਲੱਗ ਨਹੀਂ ਰੱਖਿਆ, ਉਹਨੇ ਜਾਣ ਕੇ ਆਪਣਾ ਮੇਨ ਨੰਬਰ ਦੇ ਜਾਣਾ, ਇਹ 'ਚ ਪੈਸੇ ਪਾ ਜਾਓ, ਇਹ 'ਚ ਪੈਸੇ ਪਾ ਜਾਓ, ਉਹਦਾ ਕੋਈ ਹਿਸਾਬ ਕਿਤਾਬ ਸੈਪਰੇਟ ਨਹੀਂ ਹੁੰਦਾ। ਫਿਰ ਪਤਾ ਨਹੀਂ 2-3 ਲੱਖ ਇਕੱਠਾ ਹੋ ਜਾਊਗਾ, ਸ਼ਾਇਦ 20,000 ਖਰਚ ਲਵਾਂਗੇ, 50,000 ਖਰਚ ਲਵਾਂਗੇ, ਕਿਸੇ ਨੂੰ ਕੋਈ ਪਤਾ ਨਹੀਂ ਕਿ ਕਿੰਨਾ ਉਹਦਾ ਹਿਸਾਬ ਕਿਤਾਬ ਭਈ ਸੈਪਰੇਟ ਕਿੰਨਾ ਹੋਇਆ। ਅਸੀਂ ਹਰ ਵਾਰੀ ਜੇ ਤੁਸੀਂ ਕਹਿੰਦੇ ਵੀ ਪੰਥ ਦਾ ਪੈਸਾ ਖਰਾਬ ਨਾ ਹੋਵੇ, ਜਿਹੜੀਆਂ ਸੰਸਥਾ, ਜਿਹੜੀਆਂ ਮੀਡੀਆ, ਜਿਹੜਾ ਕੋਈ ਪੈਸਾ ਇਕੱਠਾ ਕਰਦਾ ਉਹਨੂੰ ਤੁਸੀਂ ਪੁੱਛੋ, ਉੱਥੇ ਲਿਖ ਦਿਓ ਖਾਲਸਾ ਏਡ ਇੰਡੀਆ ਸਾਡੀ ਟੀਮ ਲੱਗੀ ਹੋ ਆ, ਉਹਨਾਂ ਨੇ ਬਸ ਆਪਣੇ ਕੰਮ ਦਾ ਪਾਉਂਦੇ ਵੀ ਕੀ ਸੇਵਾ ਚੱਲ ਰਹੀ ਆ ਸ਼ੁਰੂ ਤੋਂ। ਉਹਨਾਂ ਨੇ ਬਹੁਤ ਹੀ ਵਧੀਆ ਕੰਮ ਚੱਕਿਆ ਆ ਸ਼ੁਰੂ ਤੋਂ, ਪਰ ਕਦੀ ਇਦਾਂ ਨਹੀਂ ਕਿਹਾ ਘੜੀ ਘੜੀ ਸਾਨੂੰ ਪੈਸੇ ਦੇਵੋ, ਪੈਸੇ ਦੇਵੋ। ਇੱਥੇ ਆਹ ਦੇਖੋ ਡੋਨੇਸ਼ਨ ਦੀ ਲਿੰਕ ਪਾਤੀ ਘੜੀ ਘੜੀ। ਹੁਣ ਕਈ ਸੰਸਥਾ ਨੇ ਬਸ ਉੱਥੇ ਪ੍ਰਸ਼ਾਦੇ ਛਕਾ ਕਹਿਣਾ ਡੋਨੇਸ਼ਨ, ਹਰ ਚੀਜ਼ ਦਾ ਡੋਨੇਸ਼ਨ। ਉਹ ਵੱਡੀਆਂ ਸੰਸਥਾ ਜਿਨ੍ਹਾਂ ਕੋਲ ਪੈਸੇ ਪਹਿਲਾਂ ਵੀ ਹੈਗੇ ਆ, ਜਿੱਦਾਂ ਮੈਂ ਪਹਿਲਾਂ ਵੀ ਕਿੰਨੀ ਵਾਰੀ ਕਿਹਾ, ਪੈਸੇ ਸਾਰੇ ਜਿਹੜੀ ਬਾਹਰ ਦੀ ਜਥੇਬੰਦੀਆਂ ਮੋਸਟਲੀ ਉਹਨਾਂ ਕੋਲ ਪੈਸੇ ਵੀ ਹੈਗੇ ਆ, ਇਹ ਨਹੀਂ ਵੀ ਲੰਗਰ ਨਹੀਂ ਛਕਾ ਸਕਦੇ। ਫਿਰ ਪੰਥ ਦਾ ਪੈਸਾ ਬਹੁਤ ਖਰਾਬ ਹੁੰਦਾ ਇੱਦਾਂ, ਪਰ ਪਤਾ ਨਹੀਂ ਮਗਰੋਂ ਹੁਣ ਕਿਸਾਨ ਉੱਥੇ ਦਿੱਲੀ ਬੈਠੇ ਆ,
ਉਹਨਾਂ ਦੇ ਨਾਂ ਤੇ ਬਹੁਤ ਪੈਸਾ ਇਕੱਠਾ ਕੀਤਾ। ਆ ਜਦੋਂ ਵਾਪਸ ਜਾਓਗੇ ਫਿਰ ਮੁੜ ਕੇ ਫਿਰ ਅਪੀਲਾਂ ਅਸੀਂ ਕਰਾਂਗੇ, ਉਹੀ ਪੈਸਾ ਉਹੀ ਸੰਗਤ ਸਾਨੂੰ ਹੋਰ ਦੇਵੋ ਪੈਸੇ। ਸਾਡਾ ਜਦੋਂ ਅਸੀਂ ਇੱਦਾਂ ਦੀ ਗੱਲ ਕਰਦੇ ਹਾਂ ਤਾਂ ਫਿਰ ਸਾਡੇ ਪਿੱਛੇ ਕਈ ਪੈ ਜਾਂਦੇ, ਤੁਸੀਂ ਇੱਦਾਂ ਦੀਆਂ ਗੱਲਾਂ ਕਿਉਂ ਕਰਦੇ? ਕਿ ਸਾਡਾ ਐਕਸਪੀਰੀਅੰਸ ਆ, ਸਾਡਾ ਤਜਰਬਾ ਆ, ਕੋਈ ਕੰਟਰੋਲ ਹੋਣਾ ਚਾਹੀਦਾ। ਹੁਣ ਸਾਡੇ ਵੱਲੋਂ ਅਸੀਂ ਚੇਂਜਸ ਲਿਆ ਰਹੇ ਹਾਂ, ਬਹੁਤ ਵੱਡੇ ਚੇਂਜਸ, ਜਿਹਦੇ ਵਿੱਚ ਸਾਡੇ ਬੋਰਡ ਮੈਂਬਰਸ UK ਵਿੱਚ ਵੀ, US, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਇੰਡੀਆ, ਉਹਦੇ ਵਿੱਚ ਕਿੱਦਾਂ ਅਸੀਂ ਟਰਾਂਸਪੇਰੈਂਸੀ ਲਿਆਉਣੀ ਆ, ਹੋਰ ਅਕਾਊਂਟੇਬਿਲਿਟੀ ਕਿੱਦਾਂ ਹੋਊਗੀ। ਇਹ ਨਹੀਂ ਪਈ, ਮੈਂ ਪਹਿਲਾਂ ਵੀ ਕਿੰਨੀ ਵਾਰੀ ਕਿਹਾ, ਇਹ ਨਹੀਂ ਪਈ ਸਾਡੇ ਬੋਰਡਾਂ ਦੇ ਵਿੱਚ ਇੱਕ ਦੂਜੇ ਦੀ ਫਰੈਂਡਸ਼ਿਪ ਨਹੀਂ ਹੋਣੀ ਚਾਹੀਦੀ ਇੰਨੀ, ਉਹਦੇ ਵਿੱਚ ਫਿਰ ਪ੍ਰੋਬਲਮ ਪੈਂਦੀ ਆ, ਕਿਉਂਕਿ ਲੌਂਗ ਟਰਮ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੁੰਦੀ। ਉਹਦੇ ਵਿੱਚ ਹਰ ਵਾਰੀ ਹਰ ਇੱਕ ਟਰਸਟੀ ਬੋਰਡ ਦੇ ਵਿੱਚ, ਚੈਰਿਟੀ ਬੋਰਡ ਦੇ ਵਿੱਚ 2, 3, 5, 6 ਟਰਸਟੀਆਂ ਵਿੱਚੋਂ 2, 3 ਇੰਡੀਪੈਂਡੈਂਟ ਹੋਣੇ ਚਾਹੀਦੇ ਆ। ਸਾਡੇ ਖਾਲਸਾ ਦੇ UK ਵਿੱਚ 6-7 ਟਰਸਟੀ ਆ, ਤੇ ਉਹਦੇ ਵਿੱਚੋਂ ਸਾਡੀ ਇਕੱਲੀ ਇੱਕ ਸਾਡੀ ਵਾਈਫ ਆ, ਬਾਕੀ ਜਿਹੜੇ 5-6 ਸੈਪਰੇਟ ਆ। ਉਹ ਸਾਨੂੰ ਨਾ ਸਾਡੀ ਫਰੈਂਡਸ਼ਿਪ ਆ ਤੇ ਨਾ ਸਾਡਾ ਵੀ ਆਉਣਾ ਜਾਣਾ ਉਹ ਹੈਗਾ। ਉਹਨਾਂ ਦੀ ਕਾਨੂੰਨੀ ਤੌਰ ਤੇ ਇੱਕ ਜ਼ਿੰਮੇਵਾਰੀ ਆ, ਕੋਈ ਹੇਰਾ ਫੇਰੀ ਨਾ ਹੋਵੇ। ਸੋ ਜਦੋਂ ਵੀ ਖਾਲਸਾ ਏਡ ਇੱਕ ਸੰਸਥਾ ਬਣੀ ਆ, ਜਿਹਦੇ ਵਿੱਚ ਇਹ ਨਹੀਂ ਕਹਿ ਸਕਦੇ ਕਿ ਸਾਰਾ ਰਵੀ ਸਿੰਘ ਦਾ ਪਰਸਨਲ ਜੋ ਮਰਜ਼ੀ ਕਵੇ ਚੈੱਕ ਲਿਖੀ ਜਾਂਦੇ, ਇੱਦਾਂ ਨਹੀਂ ਬਣਦਾ ਇੱਥੇ ਕੰਮ। ਉਹ ਹਰ ਤਰ੍ਹਾਂ ਦੇ, ਜਿੱਦਾਂ ਹੁਣ ਅਮਰੀਕਾ ਵੀ ਕਹਿ ਲਓ ਤੇ ਆਸਟ੍ਰੇਲੀਆ ਵੀ ਸਾਡੀ ਸੈਪਰੇਟ ਬੋਰਡ ਆ, ਉਹਦੇ ਬੋਰਡਾਂ ਦੇ ਵਿੱਚ ਜਿਹੜੇ ਸਾਡੇ ਡਾਇਰੈਕਟਰ ਆ ਉਹ ਹਰ ਤਰ੍ਹਾਂ ਦੇ ਹੋਣੇ ਚਾਹੀਦੇ ਆ। ਇੱਕ ਦੂਜੇ ਨੂੰ ਸਵਾਲ ਪੁੱਛਣ ਕਿ ਕਿਉਂ ਪੈਸੇ ਇੱਥੇ ਖਰਚ ਰਹੇ, ਕਿੱਦਾਂ ਤੁਹਾਡਾ ਪਲਾਨ ਬਣਿਆ ਖਰਚਣ ਦਾ, ਤੁਹਾਨੂੰ ਕਿਹਾ ਨਹੀਂ ਕਿਹਾ ਸੀ ਇੱਥੇ ਖਰਚਣਾ, ਕੀ ਤੁਹਾਡਾ ਕਾਰਨ ਹੈ ਇੱਥੇ ਖਰਚਣ ਦਾ। ਹੁਣ ਜੇ 10,000 ਪਾਉਂਡ ਜਾਂ 10 ਲੱਖ ਰੁਪਈਆ ਕੋਈ ਚੀਜ਼ ਤੇ ਖਰਚਣਾ ਹੋਵੇ ਕਿਤੇ, ਉਹ ਫਿਰ ਸਾਨੂੰ ਸਵਾਲ ਪੁੱਛਣ 100 ਇੱਕ ਦੂਜੇ ਨੂੰ, ਵੀ ਕਿੱਥੋਂ ਆਇਆ, ਕਿਉਂ ਖਰਚਣਾ ਪੈਸਾ। ਇਹ ਜੇ ਪੈਸਾ ਖਰਚਣ ਲੱਗੇ ਆ, ਇਹ ਨਹੀਂ ਵੀ ਅਸੀਂ ਆਪਣੇ ਕੋਈ ਬੰਬੇ ਚਾਚੇ ਨੂੰ, ਕੋਈ ਕੰਪਨੀ ਨੂੰ ਪੈਸੇ ਦੇ ਦਈਏ। ਉਹ ਕਰਪਸ਼ਨ ਵੀ ਉੱਥੇ ਹੁੰਦੀ ਆ। ਉਹ ਕਿੱਥੋਂ ਪੈਸਾ ਕਿੱਦਾਂ ਖਰਚਿਆ, ਹਰ ਚੀਜ਼ ਦਾ ਹਿਸਾਬ ਕਿਤਾਬ ਬਹੁਤ ਔਖਾ ਹੁੰਦਾ। ਤਾਂ ਹੀ ਅਸੀਂ ਜਿਹੜਾ ਕਿਸਾਨਾਂ ਦਾ ਜਦੋਂ ਹੁਣ ਅੰਦੋਲਨ ਚੱਲਿਆ, ਅਸੀਂ ਕਹਿ ਦਿੱਤਾ ਵੀ ਸਾਡੀ ਕਲੈਕਸ਼ਨ ਹੈ ਨਹੀਂ ਗੀ, ਮਾਇਆ ਚੱਲ ਰਹੀ ਆ, ਦੂਜੀ ਜਿਹੜੀ ਪ੍ਰੋਗਰਾਮ ਚੱਲ ਰਿਹਾ, ਤੁਸੀਂ ਪੰਜਾਬ ਤੋਂ, ਹਰਿਆਣਾ ਤੋਂ, ਦਿੱਲੀ ਤੋਂ ਬਹੁਤ ਕੁਝ ਦੇ ਰਹੇ ਸਮਾਨ। ਹੁਣ ਜਿਹੜੀਆਂ ਛੋਟੀਆਂ ਸੰਸਥਾ ਪੰਜਾਬ ਦੀਆਂ ਆ, ਮੈਂ ਉੱਪਰ ਈਮੇਲ ਲਿਖੀ ਹੋ ਆ, ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਲੋੜ ਆ। ਸਾਨੂੰ ਪਹਿਲਾਂ ਜਲੰਧਰ ਤੋਂ ਹੀ ਮੈਸੇਜ ਆਏ ਸੀਗੇ, ਇੱਕ ਨਿੱਕੀ ਜਿਹੀ ਸੰਸਥਾ ਨੂੰ ਮਸ਼ੀਨਾਂ ਚਾਹੀਦੀਆਂ ਕੱਪੜੇ ਸੀਨ ਵਾਲੀਆਂ, ਉਹ ਕਰ ਦਿੱਤੀਆਂ। ਬਾਰ ਸਾਨੂੰ ਬਹੁਤ ਰਿਕੁਐਸਟਾਂ ਆਉਂਦੀਆਂ, ਜੇ ਤੁਹਾਡੀ ਕੋਈ ਨਿੱਕੀਆਂ ਰਜਿਸਟਰਡ ਸੰਸਥਾ ਹੈਗੀਆਂ ਇੰਡੀਆ ਵਿੱਚ, ਜਿਹਨੂੰ ਕੋਈ ਚੀਜ਼ ਦੀ ਮਦਦ ਦੀ ਲੋੜ ਆ, ਕੋਈ ਵੀ ਚੈਰਿਟੀ ਦੀ ਸੰਸਥਾ ਕੋਈ ਬਿਲਡਿੰਗ ਬਣਾ ਰਹੀ ਆ, ਕੋਈ ਬਜ਼ੁਰਗਾਂ ਦੀ ਮਦਦ ਕਰ ਰਹੀ, ਕੋਈ ਮੈਡੀਕਲ ਲੋੜ ਆ, ਇੱਦਾਂ ਦੇ ਕੰਮਾਂ 'ਤੇ ਭਈ ਆਹ ਸੰਸਥਾ ਆ, ਅਸੀਂ ਆਹ ਕੁਛ ਕਰਨਾ ਚਾਹੁੰਦੇ, ਖਾਲਸਾ ਸਾਡੀ ਮਦਦ ਕਰ ਸਕਦੀ ਕਿ ਨਹੀਂ, ਅਸੀਂ ਤੁਹਾਡੀ ਮਦਦ ਕਰਾਂਗੇ, ਬਿਲਕੁਲ ਕਰਾਂਗੇ। ਪਰ ਮੇਰਾ ਜਿਹੜਾ ਅੱਜ ਦਾ ਜਿਹੜਾ ਆਹ ਮੈਸੇਜ ਸੀਗਾ, ਮੇਰਾ ਇਹੀ ਸੀਗਾ ਭਈ ਸਾਨੂੰ ਤੁਸੀਂ ਸਵਾਲ ਪੁੱਛੀ ਜਾਓ। ਸਾਡੀਆਂ ਜਿੱਥੇ ਵੀ ਟੀਮਾਂ ਹੈਗੀਆਂ, ਇੰਡੀਆ 'ਚ ਹੋਵੇ, ਆਸਟ੍ਰੇਲੀਆ 'ਚ ਹੋਵੇ, UK 'ਚ ਹੋਵੇ, US ਹੋਵੇ, ਸਾਨੂੰ ਸਵਾਲ ਪੁੱਛੋ ਵੀ ਤੁਸੀਂ ਪੈਸੇ ਕਿੱਦਾਂ ਖਰਚਦੇ ਆ, ਕਿੰਨੇ ਪੈਸੇ ਆ ਰਹੇ ਆ, ਕਿੱਥੇ ਤੁਹਾਡੇ ਅਕਾਊਂਟਸ ਆ। ਇਹ ਨਹੀਂ ਪਈ ਜਾ ਕੇ ਉੱਥੇ ਮੈਂ ਦੇਖਦਾ ਰਹਿੰਦਾ ਜਿਹੜੇ ਕਈ ਸਾਡੇ ਪਈ ਕੋਈ ਪੰਥਕ ਸੋਚ ਨਹੀਂ ਗੀ, ਕਦੀ ਕੁਛ ਕੀਤਾ ਨਹੀਂ ਪੰਥ ਲਈ। ਆ ਕੇ ਇੱਕ ਦੋ ਹੈਗੇ ਬਲੈਕ ਐਸ ਵੀ ਹੈਗੇ ਆ ਕੇ ਵੀਡੀਓ ਬਣਾਉਣ ਲੱਗ ਪੈਂਦੇ, ਆਹ ਲਓ ਜੀ ਰਵੀ ਸਿੰਘ ਨੂੰ ਪੁੱਛਦੇ ਅਸੀਂ ਸਵਾਲ, ਆਹ ਕਿੱਥੇ ਗਿਆ, ਉਹ ਕਿੱਥੇ ਗਿਆ, ਇਹ ਕਿੱਥੇ ਗਿਆ ਪੈਸੇ। ਉਹ ਤੁਹਾਨੂੰ ਪਤਾ ਰਜਿਸਟਰਡ ਚੈਰਿਟੀ ਆ UK ਵਿੱਚ, ਹਰ ਇੱਕ ਚੀਜ਼ ਦੇ ਵਿੱਚ ਹਿਸਾਬ ਕਿਤਾਬ ਪਿਆ ਆ। ਜਾਣ ਕੇ ਭੰਬਲ ਭੂਸਾ ਪਾਉਂਦੇ ਆ ਸੰਗਤ ਦੇ ਵਿੱਚ ਖਰਾਬ ਕਰਨ ਨੂੰ, ਸ਼ੱਕਾਂ ਪਾਉਣ ਲਈ, ਝੂਠ ਵੀਡੀਓ ਪਾਉਣੇ। ਤਾਂ ਸਾਡੀ ਈਮੇਲ ਉੱਪਰ ਲਿਖੀ ਹੋਆ, ਸਾਨੂੰ ਕੰਟੈਕਟ ਕਰ ਲਓ। ਇਹਦੇ ਵਿੱਚ ਸਾਡਾ ਕੋਈ ਲੀਡਰ ਜਾਂ ਕਹਿ ਲਓ ਰਵੀ ਸਿੰਘ ਹੋਵੇ ਜਾਂ ਕੋਈ ਬਾਹਰ ਕੋਈ ਸਾਡੀਆਂ ਸੰਸਥਾ ਦੇ ਲੀਡਰਸ਼ਿਪ ਹੋਵੇ, ਉਹ ਖਾਲਸਾ ਏਡ ਦੇ ਮਾਲਕ ਨਹੀਂ ਗੇ। ਸਾਡੇ ਵਿੱਚੋਂ ਕੋਈ ਮਾਲਕ ਨਹੀਂ ਖਾਲਸਾ ਏਡ ਦਾ, ਸੰਗਤ ਆ। ਜਦ ਤੱਕ ਅਸੀਂ ਜੀਨੇ ਅਸੀਂ ਇਹੀ ਕਰਾਂਗੇ ਭਈ ਜਦ ਤੱਕ ਅਸੀਂ ਇੱਥੇ ਆ
ਜੋ ਤੁਸੀਂ ਪੁੱਛਾਂਗੇ ਤੁਹਾਨੂੰ ਅਸੀਂ ਦੇਵਾਂਗੇ ਆਪਣਾ ਹਿਸਾਬ। ਪਰ ਜਿਹੜੇ ਨਫ਼ਰਤ ਕਰਨ ਵਾਲੇ ਆ ਉਹ ਤਾਂ ਮੈਂ ਝੂਠ ਬੋਲਣਾ ਉਹਦਾ ਕੰਮ ਹੀ ਇਹ, ਉਹਨੂੰ ਤਨਖਾਹ ਮਿਲਦੀ ਆ। ਸੋ ਸਾਡੇ ਵੱਲੋਂ ਸਾਰਿਆਂ ਦਾ ਧੰਨਵਾਦ। ਜੇ ਕੋਈ ਵੀ ਕਹਿ ਲਓ ਕੋਈ ਸ਼ਿਕਾਇਤ ਹੋਵੇ, ਕੋਈ ਕੁਐਸਚਨ ਹੋਵੇ, ਕੋਈ ਤੁਸੀਂ ਚੀਜ਼ ਪੁੱਛਣੀ ਚਾਹੁੰਦੇ, ਕੋਈ ਪ੍ਰੋਜੈਕਟ ਕਰਨਾ ਚਾਹੁੰਦੇ, ਜੇ ਤੁਸੀਂ ਕੋਈ ਰਜਿਸਟਰ ਆਰਗੇਨਾਈਜੇਸ਼ਨ ਆ, ਜੇ ਕੋਈ ਚੈਰਿਟੀ ਤੁਸੀਂ ਪੰਜਾਬ ਦੇ ਵਿੱਚ ਤੁਹਾਨੂੰ ਕੋਈ ਚੀਜ਼ ਦੀ ਲੋੜ ਆ, ਮੈਂ ਆਪਣਾ ਐਡਰੈਸ ਲਿਖ ਦਿੱਤਾ ਈਮੇਲ 'ਤੇ, ਮੈਂ info@khalsa.org, ਸਾਨੂੰ ਈਮੇਲ ਕਰ ਦਿਓ। ਸਾਡੀਆਂ ਟੀਮਾਂ ਇੰਡੀਆ 'ਚ ਬਹੁਤ ਡਟ ਕੇ ਲੱਗੀਆਂ ਆ, ਸੇਵਾਦਾਰ ਦਿਨ ਦਿਹਾੜੀ ਪਿਛਲੇ ਦਸੰਬਰ ਤੋਂ ਲੱਗ ਕੇ ਨਵੰਬਰ ਤੋਂ ਲੱਗ ਕੇ ਅੰਦੋਲਨ ਦੇ ਵਿੱਚ, ਇੱਧਰ ਦੁਨੀਆ ਵਿੱਚ, ਇਰਾਕ ਦੇ ਵਿੱਚ, ਇੱਥੇ UK ਵਿੱਚ, USA, ਆਸਟ੍ਰੇਲੀਆ ਵਿੱਚ ਬਹੁਤ ਚੜ੍ਹਦੀ ਕਲਾ ਟੀਮਾਂ ਸੇਵਾ ਲੱਗੀਆਂ। ਸਾਰੀ ਦੁਨੀਆ ਦੇ ਵਿੱਚ ਖਾਲਸਾ ਦੀਆਂ ਟੀਮਾਂ ਚੜ੍ਹਦੀ ਕਲਾ ਸੇਵਾ ਕਰ ਰਹੀਆਂ। ਪਰ ਇਹਦੇ ਵਿੱਚ ਕੋਈ ਲਾਲਚੀ ਨਹੀਂ ਗਾ। ਇਹਦੇ ਵਿੱਚ ਕਿਸੇ ਦੇ ਵਿੱਚ ਇਹ ਨਹੀਂ ਆ ਸਕਦਾ ਮਨ ਦੇ ਵਿੱਚ ਵੀ ਜੋ ਮੈਂ ਕਹਿੰਦਾ ਮੈਂ ਠੀਕ ਆ, ਬਾਕੀ ਸਾਰੇ ਗਲਤ ਆ, ਵੀ ਮੇਰੀ ਆ ਖਾਲਸਾ ਏਡ। ਖਾਲਸਾ ਏਡ ਕਿਸੇ ਦੀ ਨਹੀਂ ਗੀ, ਕਿਸੇ ਇੱਕ ਬੰਦੇ ਦੀ ਖਾਲਸਾ ਏਡ ਨਹੀਂ ਗੀ। ਖਾਲਸਾ ਏਡ ਤੁਹਾਡੀ ਆ, ਸਾਡੀ ਇੱਕ ਜ਼ਿੰਮੇਵਾਰੀ ਆ, ਅਸੀਂ ਇਹਦੇ ਰਖਵਾਲੇ ਬਣਨਾ। ਜੇ ਅਸੀਂ ਮਿਲੀਅਨਰ ਬਣਨਾ ਹੁੰਦਾ, ਜੇ ਪੈਸੇ ਬਣਾਉਣੇ ਹੁੰਦੇ, ਅਸੀਂ ਖਾਲਸਾ ਰਜਿਸਟਰ ਨਹੀਂ ਕਰਨੀ ਸੀਗੀ। ਜੇ ਅਸੀਂ ਪੈਸੇ ਖਾਣੇ ਹੁੰਦੇ, ਅਸੀਂ ਬਾਹਰਲੇ ਬੰਦੇ ਉੱਪਰ ਟਰਸਟ ਹੀ ਨਹੀਂ ਰੱਖਣੇ ਸੀਗੇ। ਤੇ ਜੇ ਅਸੀਂ ਪੈਸੇ ਖਾਣੇ ਹੁੰਦੇ ਜਾਂ ਪੈਸੇ ਬਣਾਉਣੇ ਹੁੰਦੇ, ਅਸੀਂ ਬਾਹਰ ਦੁਨੀਆ ਧੱਕੇ ਨਹੀਂ ਖਾਂਦੇ। ਅਸੀਂ ਆਪਣੇ ਇੱਥੇ ਘਰ 'ਚ ਬਹਿ ਕੇ ਮਜ਼ੇ ਲੈਂਦੇ, ਰਿਲੈਕਸ ਕਰਦੇ, ਜਿੱਦਾਂ ਕਰਦੇ ਕੋਈ ਸਾਡੇ ਪੋਲੀਟੀਸ਼ੀਅਨ ਕਰਦੇ ਆ। ਕੁਝ ਕਰਨਾ ਹੈ ਨਹੀਂ ਗਾ, ਮੌਜਾਂ ਕਰੋ। ਸਾਨੂੰ ਕਿਸੇ ਗੱਲ ਦੇ ਧੱਕੇ ਖਾਣ ਦਾ ਬਾਹਰ 21 ਸਾਲ। ਸੋ ਸਾਰੀਆਂ ਟੀਮਾਂ ਦਾ ਧੰਨਵਾਦ, ਸਾਰੇ ਸੇਵਾਦਾਰਾਂ ਦਾ ਧੰਨਵਾਦ। ਪਰ ਸਾਡੇ ਵਿੱਚ ਇਹ ਬਹੁਤ ਜ਼ਰੂਰੀ ਆ ਵੀ ਅਸੀਂ ਕਦੀ ਵੀ ਸਵਾਲ ਪੁੱਛਣੋਂ ਪਿੱਛੇ ਨਾ ਹਟੀਏ। ਇੱਕ ਰਿਵਾਜ ਨਾ ਬਣ ਜਾਵੇ ਭਈ ਕੋਈ ਨਹੀਂ ਇਹ ਖਾਲਸਾ ਏਡ ਆ ਅਸੀਂ ਦੇ ਦਈਏ। ਸਾਨੂੰ ਕੈਸ਼ ਵੀ ਨਾ ਦੇਵੋ। ਜਿੱਥੇ ਵੀ ਹੈਗੇ ਤੁਸੀਂ ਮੇਰੇ ਸੁਨੇਹਾ ਸੁਣਦੇ, ਕੈਸ਼ ਡੋਨੇਸ਼ਨ ਬਹੁਤ ਨਾ ਹੀ ਦੇਵੋ ਤੁਸੀਂ, ਚੰਗਾ ਸਿੱਧਾ ਬੈਂਕ 'ਚ ਕਰੋ, ਕਿਉਂਕਿ ਕੈਸ਼ ਨਾਲ ਕਰਪਸ਼ਨ ਹੁੰਦੀ। ਤੁਸੀਂ ਸਿੱਧਾ ਪੈਸਾ ਬੈਂਕ 'ਚ ਪਾਓ। ਜਿੱਥੇ ਵੀ ਹੈਗੇ ਆ ਮੇਰੀ ਇਹੀ ਅਪੀਲ ਆ, ਆਪਣੀ ਫੈਮਿਲੀ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਸਾਰੇ ਘਰ ਵਾਲਿਆਂ ਨੂੰ ਦੱਸੋ, ਜੇ ਤੁਸੀਂ ਖਾਲਸਾ ਨੂੰ ਪੈਸੇ ਦੇਣੇ ਆ, ਕੈਸ਼ ਨਾ ਦੇਵੋ। ਜੋ ਮਰਜ਼ੀ ਹੋ ਜਾਵੇ ਤੁਸੀਂ ਬੈਂਕ 'ਚ ਪਾਓ, ਬੈਂਕ 'ਚ ਦੇਵੋ, ਚੈੱਕ ਦੇਵੋ, ਕੈਸ਼ ਕਿਸੇ ਨੂੰ ਨਾ ਦੇਵੋ। ਸੋ ਕਿਉਂਕਿ ਕੈਸ਼ ਜਿੰਨੀ ਕੈਸ਼ ਘੱਟ ਹੋਗੀ ਉਨੀ ਕਰਪਸ਼ਨ ਘੱਟ ਹੋਊਗੀ। ਤਾਂ ਉਹੀ ਮੈਂ ਪਹਿਲਾਂ ਵੀ ਕਿਹਾ, ਜੇ ਕੋਈ ਤੁਹਾਡੇ ਕੋਈ ਸ਼ਿਕਾਇਤ ਆ, ਜੇ ਤੁਸੀਂ ਪੁੱਛਗਿੱਛ ਕਰਨੀ ਚਾਹੁੰਦੇ, ਅਸੀਂ ਉੱਪਰ ਆਪਣਾ ਮੈਂ ਈਮੇਲ ਲਿਖੀ ਹੋ ਆ, ਸਾਨੂੰ ਈਮੇਲ ਕਰੋ ਸਾਡੇ ਆਫਿਸ ਨੂੰ, ਅਸੀਂ ਤੁਹਾਡੇ ਨਾਲ ਖੜੇ ਹਾਂ। ਪਰ ਸਿਸਟਮ ਚੇਂਜ ਕਰਨੇ, ਹਰ ਵਾਰੀ ਸਿਸਟਮ ਚੇਂਜ ਕਰੀ ਜਾਵਾਂਗੇ। ਹਰ ਜਿੱਥੇ ਵੀ ਸਾਡੇ ਕਹਿ ਲਓ ਸਿਸਟਮ ਚੈਪਟਰ ਆ, ਜਿੱਥੇ ਵੀ ਸਾਡੀ ਖਾਲਸਾ ਏਡ ਦੇ ਆਫਿਸ ਆ, ਉੱਥੇ ਅਸੀਂ ਨਿਗਾਹ ਰੱਖਾਂਗੇ ਭਈ ਅਸੀਂ ਹਰ ਵਾਰੀ ਕਿੱਦਾਂ ਸੰਗਤ ਨਾਲ ਰਲ ਮਿਲ ਕੇ ਆਪਣਾ ਹਿਸਾਬ ਕਿਤਾਬ ਕਿੱਦਾਂ ਦਈਏ ਤੁਹਾਨੂੰ ਵੱਧ ਤੋਂ ਵੱਧ, ਵੀ ਤੁਹਾਡੇ ਵੀ ਕੋਈ ਸ਼ੱਕ ਨਾ ਰਹੇ। ਤੁਹਾਡਾ ਸਾਰਿਆਂ ਦਾ ਧੰਨਵਾਦ। ਤੇ ਮੇਰੀ ਇਹ ਵੀ ਅਪੀਲ ਆ ਭਈ ਅੰਦੋਲਨ ਨੂੰ ਜ਼ਰੂਰ ਸਪੋਰਟ ਕਰੀ ਜਾਓ। ਪੋਲੀਟਿਕਸ ਜਿਹੜੇ ਹੁੰਦੇ ਸਾਡੀ ਕਮਿਊਨਿਟੀ ਵਿੱਚ, ਪੋਲੀਟਿਕਸ ਚੱਲਦੇ ਰਹਿੰਦੇ ਆ, ਅਸੀਂ ਇੱਕ ਦੂਜੇ ਨੂੰ ਥੱਲੇ ਲਾਈ ਜਾਣਾ। ਤੇ ਸਪੈਸ਼ਲੀ ਮੇਰੀ ਅਪੀਲ ਯੂਥ ਨੂੰ ਆ, ਚੜ੍ਹਦੀ ਕਲਾ ਡਟ ਕੇ ਰਹੋ ਤੇ ਅੰਦੋਲਨ ਨੂੰ ਸਪੋਰਟ ਕਰਦੇ ਰਹੋ ਤੇ ਕਿਸੇ ਦੇ ਖਿਲਾਫ ਕੈਂਪੇਨ ਨਾ ਕਰੋ, ਕਿਸੇ ਦੇ ਇੱਕ ਦੂਜੇ ਦੇ ਖਿਲਾਫ। ਜਿਹੜੇ ਸਟੇਜਾਂ ਦੇ ਉੱਪਰ ਲੋਕਾਂ ਉੱਪਰ ਉਂਗਲਾਂ ਉਠਾਉਂਦੇ ਆ, ਉਹਨਾਂ ਨੂੰ ਆਪਣਾ ਹੀ ਪਤਾ ਆ ਭਈ ਉਹਨਾਂ ਦੀ ਕਮਜ਼ੋਰੀ ਕੀ ਆ। ਪਰ ਸਾਨੂੰ ਕਿਸੇ ਦੀ ਲੋੜ ਉਂਗਲ ਨਹੀਂ ਕਿਸੇ ਕਰਨ ਦੀ, ਇੱਦਾਂ ਭਈ ਕੋਈ ਮਾੜਾ ਕੋਈ ਚੰਗਾ। ਇਸ ਵੇਲੇ ਹੈਗਾ ਕਿਸਾਨਾਂ ਨੂੰ ਤੇ ਅੰਦੋਲਨ ਨੂੰ ਸਪੋਰਟ ਕਰਨ ਦਾ ਸਮਾਂ। ਜਿੰਨੇ ਮਰਜ਼ੀ ਸਾਡੇ ਡਿਫਰੈਂਸ ਹੋਣ ਪੋਲੀਟਿਕਸ ਵਿੱਚ, ਪਰ ਅਸੀਂ ਅੰਦੋਲਨ ਨੂੰ ਤੇ ਕਿਸਾਨਾਂ ਨੂੰ ਜ਼ਰੂਰ ਸਪੋਰਟ ਕਰਦੇ ਰਹੀਏ। ਪਰ ਜਿਹੜੀ ਮਾਇਆ ਤੁਸੀਂ ਡੋਨੇਸ਼ਨ ਕਰਨੀ ਆ, ਸੋਚ ਸਮਝ ਕੇ ਹਿਸਾਬ ਕਿਤਾਬ ਫੁੱਲ ਲਵੋ। ਜੇ ਤੁਸੀਂ ਅੰਦੋਲਨ ਲਈ ਪੈਸੇ ਦਿੱਤੇ ਆ, ਚਿੱਠੀਆਂ ਪਾਓ, ਪੁੱਛੋ ਉਹਨਾਂ ਨੂੰ ਭਾਈ ਤੁਸੀਂ ਪੈਸੇ ਇਕੱਠੇ ਕੀਤੇ ਆ, ਕਿੱਥੇ ਗਏ ਤੇ ਕਦੋਂ ਖਰਚਣੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।